ਹਾਂਜੀ, ਜਦੋਂ ਉੱਥੋਂ ਮੰਨ ਲਓ ਰਾਤ ਨੂੰ ਚੱਲ ਪਏ ਤਾਂ ਫਿਰ ਅੱਗੇ ਰਾਹ ਦੇ ਵਿੱਚ ਕੀ ਕੀ ਦਿੱਕਤਾਂ ਮੁਸ਼ਕਲਾਂ ਉਹਨਾਂ ਨੂੰ ਆਈਆਂ? ਹਾਂਜੀ, ਸੀਟਾਂ ਵਾਲੇ ਤੋਂ ਸਾਰੇ ਲੋਕ ਮੁਸਲਮਾਨ ਜੋ ਪਨਾਹ ਲੈ ਕੇ ਬੈਠੇ ਸੀ ਸਾਰੇ ਚੱਲ ਪਏ। ਫੈਸਲੇ ਇਹੀ ਹੋਏ ਤੇ ਵੀ ਮਲੇਰਕੋਟਲੇ ਪਹੁੰਚਣਾ। ਮੇਰੀ ਮਾਂ ਦਾ ਸਾਰਾ ਪਰਿਵਾਰ, ਯਾਨੀ ਮੇਰੇ ਮਾਂ, ਗੋਦੀ ਮੇਰਾ ਵੱਡਾ ਭਾਈ, ਨਾਮ ਹੈ ਗਾਮਾ, ਮੇਰਾ ਨਾਨਾ, ਨਾਨੀ, ਮਾਮਾ ਤੇ ਮੇਰੇ ਮਾਂ ਦੇ ਚਾਚੇ ਤਾਇਆ ਦਾ ਪੂਰਾ ਪਰਿਵਾਰ, ਬਹੂਆਂ, ਸਾਰਾ ਇਹ ਤਕਰੀਬਨ 40 ਜੀ ਸੀਟਾਂ ਵਾਲੇ ਤੋਂ ਚੱਲ ਪਏ, ਮਲੇਰਕੋਟਲੇ ਦਾ ਰੁਖ ਕਰਿਆ। ਵੱਧਦੇ ਗਏ ਇਕੱਠੇ ਹੀ ਤੇ ਡਰ ਵੀ ਸੀ, ਇਧਰੋਂ ਜਥਾ ਨਾ ਆ ਜੇ, ਇਧਰੋਂ ਜਥਾ ਨਾ ਆ ਜੇ। ਜਦੋਂ ਢਟੋਗਲ ਖੇੜੀ ਪਿੰਡ ਹੈ, ਇਹਦੇ ਵਿੱਚ ਪੂਰੇ ਬੰਨਿਆਂ ਦੇ ਵਿੱਚ ਢੱਕ ਜੰਗਲ ਹੁੰਦਾ ਸੀ। ਅਸਲ ਵਿੱਚ ਤਾਂ ਸੀਟਾਂ ਵਾਲੇ ਤੋਂ ਲੈ ਕੇ ਇਹ ਨਹਿਰ ਤੱਕ ਢੱਕ ਹੀ ਢੱਕ ਸੀ, ਇੰਨੇ ਸੰਘਣੇ ਕਿ ਉਹ ਜੰਗਲ ਸੀ, ਬੰਦੇ ਨੂੰ ਬੰਦਾ ਦਿਖਦਾ ਨਹੀਂ ਸੀ। ਕੁਛ ਰਾਤ ਦਾ ਹਨੇਰਾ, ਕੁਛ ਚੌਂਦੀ ਲੱਗੀ, ਕੁਛ ਡਰ ਦਹਿਸ਼ਤ, ਇਧਰੋਂ ਜਥੇ ਆ ਗਏ, ਇਧਰੋਂ ਜਥੇ ਆ ਗਏ। ਢਟੋਗਲ ਖੇੜੀ ਦੇ ਲਾਗੇ ਸਾਗੇ ਸਾਡਾ ਪਰਿਵਾਰ ਵਿਛੜ ਗਿਆ। ਇਸ ਤਰ੍ਹਾਂ ਵਿਛੜਿਆ ਕਿ ਮੇਰੀ ਨਾਨੀ ਤੇ ਮੇਰੀ ਮਾਂ, ਗੋਦੀ ਮੇਰਾ ਭਾਈ, ਉਹ ਦੋਨੀ ਰਹਿ ਗਈਆਂ। ਸ਼ਾਇਦ ਉਹ ਪਿੱਛੇ ਰਹਿ ਗਈਆਂ ਤੀਆਂ, ਔਰਤਾਂ ਦੀਆਂ ਵਿਚਾਰੀਆਂ ਬੱਚੇ ਨੂੰ ਲੈ ਕੇ ਇੰਨਾ ਤੇਜ਼ ਨਹੀਂ ਗਏ। ਬਾਕੀ ਪਰਿਵਾਰ ਪਤਾ ਨਹੀਂ ਕਿੱਧਰ ਨੂੰ ਹਨੇਰੇ 'ਚ ਗਿਆ। ਨਾਨੀ ਤੇ ਮੇਰੀ ਮਾਂ ਢਟੋਗਲ ਖੇੜੀਆਂ ਪਿੰਡਾਂ ਦੇ ਮੱਥੇ, ਉਹ ਢੱਕਾਂ ਦੀ ਢੱਕੀ ਜਿਹਨੂੰ ਕਹਿੰਦੇ ਆ ਜੰਗਲ, ਉਹਦੇ 'ਚ ਵਿਚਾਰੀਆਂ ਰਹਿ ਗਈਆਂ। ਸੁਬਾਹ ਹੋ ਗਈ, ਦਿਨ ਚੜ੍ਹ ਗਿਆ। ਇੰਨਾ ਸਭ ਨੂੰ ਪਤਾ ਸੀ ਬਈ ਢੋਲ ਵਜਾ ਕੇ ਜਥੇ ਆਉਂਦੇ ਤੇ ਸ਼ਿਕਾਰ ਦੱਸਦੇ ਤੇ ਮੁਸਲਮਾਨ ਨੂੰ, ਜਿਹੜੇ ਜਾਨਾਂ ਬਚਾਉਂਦੇ ਫਿਰਦੇ ਤੇ ਪੈਂਦੇ ਤੇ। ਜਦੋਂ ਥੋੜਾ ਥੋੜਾ ਮੀਂਹ ਵੀ ਪੈਂਦਾ ਸੀ ਤਾਂ ਮੇਰੀ ਨਾਨੀ ਤੇ ਮਾਂ ਨੇ ਕੀ ਫੈਸਲਾ ਕੀਤਾ ਵੀ ਆਪਾਂ ਢੱਕੀ ਦੇ ਵਿੱਚ ਲੋਕੇ ਸਮਾਂ ਦਿਨ ਦਾ ਕੱਢਾਂਗੇ। ਟੱਕੀ ਦੇ ਵਿੱਚ ਇੱਕ ਛੋਟੀ ਸੱਪੜੀ, ਉਹ ਦੋਨੇ ਉਹਦੇ 'ਚ ਪੈ ਗਏ, ਬੈਠੀਆਂ ਨੇ। ਜਿਹੜੇ ਜਥੇ ਤੇ ਉਹ ਆਉਂਦੇ ਤੇ ਜ਼ਿਆਦਾ ਕਰਕੇ ਲੁਟੇਰੇ ਆਉਂਦੇ ਸੀ, ਲੁੱਟਣ ਖੋਹਣ ਦੇ ਮਾਰੇ। ਬਿਲਕੁਲ ਜੀ। ਜਜ਼ਬਾਤੀ ਕਤਲ ਕਰਨ ਵਾਲੇ ਘੱਟ ਸੀ, ਲੁੱਟਾਂ ਖੋਹਾਂ ਕਰਨ ਵਾਲੇ ਮਲੰਗ ਜਿਹਨੂੰ ਕਹਿੰਦੇ ਆ, ਉਹ ਵੱਧ ਸੀ। ਸਹਿਮੀਆਂ ਭੁੱਖੀਆਂ ਪਿਆਸੀਆਂ ਬੈਠੀਆਂ ਨੇ ਸੱਪੜੀ ਦੇ ਵਿੱਚ। ਮੇਰਾ ਭਾਈ ਗੋਦੀ ਹੈ, ਉਹਨਾਂ ਨੇ ਵਿਚਾਰੀਆਂ ਨੇ ਤਾਂ ਉਹਨੂੰ ਕਰਕੇ ਰੱਖਿਆ ਹੋਣਾ। ਉਹ ਜਥੇ ਦੇ ਨਿਗਾਹ ਪੈ ਗਈਆਂ, ਜਥੇ ਵਾਲੇ ਕੋਲੇ ਆ ਗਏ। ਉਹ ਲੁਟੇਰੇ ਸੀ। ਨਿਕਲੋ ਬਾਹਰ, ਬਾਹਰ ਨਿਕਲ ਗਈਆਂ, ਕੱਢ ਲਈਆਂ। ਉਹਨਾਂ ਨੇ ਕੀ ਮਾੜੇ ਮੋਟੇ ਚਾਂਦੀ ਦੇ ਰੁਪਈਏ ਲੈ ਕੇ ਚੱਲੇ ਤੇ 10-5 ਜਿੰਨੇ ਵੀ ਸੀ। ਤਾਂ ਉਹਨਾਂ ਨੇ ਭਾਈ ਉਹ ਰੁਪਈਏ ਤਾਂ ਲੈਣੀ, ਤੇ ਮੇਰੀ ਮਾਂ ਤੇ ਮੇਰੀ ਨਾਨੀ ਦੇ ਸਾਰੇ ਕੱਪੜੇ ਵੀ ਉਤਵਾ ਗਏ। ਉਹਨਾਂ ਦਿਨਾਂ 'ਚ ਕੱਪੜਾ ਹੀ ਇਹਨਾਂ ਨੂੰ, ਲੁਟੇਰਿਆਂ ਨੂੰ, ਵੱਡੀ ਚੀਜ਼। ਬਿਲਕੁਲ ਜੀ। ਕਤਨ ਨੰਗੀਆਂ ਕਰਤੀਆਂ। ਮੇਰੀ ਮਾਂ ਦੇ ਨੱਕ 'ਚ ਕੋਕਾ ਸੀ। ਉਹਨਾਂ ਦੀ ਨਿਗਾਹ ਕੋਕੇ ਤੇ ਗਈ। ਸੋਨੇ ਦਾ ਕੋਕਾ ਕੁੜੀਆਂ ਪਾਉਂਦੀਆਂ ਤੀਆਂ, ਵਿਆਹੀਆਂ ਹੋਈਆਂ। ਕੋਕਾ ਖਿੱਚਣ ਲੱਗਿਆ ਇੱਕ ਨਕਲੀ ਨਿਹੰਗ, ਤਾਂ ਨਹੀਂ ਨਿਕਲਿਆ। ਉਹਨੇ ਕੀ ਕਰਿਆ, ਮੇਰੀ ਮਾਂ ਦੱਸਦੀ ਹੁੰਦੀ ਸੀ, ਐ ਬਰਸਾ ਪਾਇਆ ਨੋਕ, ਐ ਬਰਸ ਨਾ ਚੱਕਤਾ ਤਾਂ ਕੋਕਾ ਨਿਕਲਿਆ। ਲੈ ਗਏ ਲੁੱਟ ਕੇ, ਜਾਨ ਸੱਟ ਗਏ। ਚਲੋ ਜਾਨ ਬਚੀ। ਫਿਰ ਬਹਿ ਗਈਆਂ ਵਿਚਾਰੀਆਂ ਨੰਗੀਆਂ ਹੋ ਕੇ ਬੋਲ।
ਬੈਠੀਆਂ ਨੇ, ਸਾਹ ਗਿਣਦੀਆਂ ਨੇ। ਐਨੇ ਨੂੰ ਇੱਕ ਜੱਥਾ ਹੋਰ ਆ ਗਿਆ। ਪਹਿਲਾ ਜੱਥਾ ਤਾਂ ਲੁੱਟਣ ਵਾਲਾ ਆਇਆ ਸੀ, ਲੁੱਟ ਕੇ ਲੈ ਗਏ। ਦੂਜਾ ਜੱਥਾ ਕਤਲੇਆਮ ਕਰਨ ਵਾਲਾ। ਉਹ ਜੱਥੇ ਦੇ ਵਿੱਚ 5-7 ਬੰਦਿਆਂ ਨੇ ਘੇਰਾ ਪਾਇਆ, ਆ ਕੇ ਲਵੇ ਲੱਗੇ ਮੇਰੀ ਨਾਨੀ ਤੇ ਮਾਂ ਦੇ। ਮੇਰੀ ਮਾਂ ਨੇ ਇੱਕ ਬੰਦਾ ਸਿਆਣ ਬੰਦਾ ਸਿਆਣਿਆ। ਮੇਰੀ ਮਾਂ ਬੋਲੀ ਸਿਆਣ ਕੇ ਉਹ ਜੱਥੇ 'ਚ 5-7 'ਚ ਜਿਹੜਾ ਸੀਗਾ ਵਰਸਾ ਲਈ ਫਿਰਦਾ ਸੀ। ਕਹਿੰਦੀ ਤੂੰ ਪ੍ਰੇਮ ਹੈ? ਉਹ ਜੱਟ ਸੀ ਭਸੌੜ ਦਾ, ਉਹਦਾ ਨਾਮ ਸੀ ਪ੍ਰੇਮ ਸਿੰਘ। ਕਹਿੰਦੀ ਤੂੰ ਪ੍ਰੇਮ ਹੈ? ਕਹਿੰਦਾ ਤੈਨੂੰ ਕੀ ਪਤਾ ਮੈਂ ਪ੍ਰੇਮ ਹੈ? ਕਹਿੰਦੀ ਮੈਂ ਭਸੌੜ ਵਿਆਹੀ ਹੋਈ ਆ। ਇੱਕ ਗਨੀਮਤ ਦੀ ਇੱਥੇ ਬਚਾਓ ਮੁਸਲਮਾਨਾਂ ਦਾ ਜ਼ਿਆਦਾ ਕੀ ਹੋਇਆ। ਇੱਕ ਅੱਧੇ ਪਿੰਡ ਦੇ ਵਿੱਚ ਤਾਂ ਭਾਵੇਂ ਪਿੰਡ ਦਿਆਂ ਨੇ ਮਾਰਿਆ। ਇਹ ਜਿਹੜੇ ਜੱਥੇ ਲੁਟੇਰੇ ਜਾਂਦੇ ਤੇ ਜੇ ਉਹਨਾਂ ਨੂੰ ਪਤਾ ਲੱਗ ਜਾਂਦਾ ਤੀ ਵੀ ਇਹ ਸਾਡੇ ਪਿੰਡ ਨਾਲ ਇਹਨਾਂ ਦਾ ਕੋਈ ਰਿਸ਼ਤੇਦਾਰੀ ਹੈ, ਚਾਹੇ ਉਹ ਮੁਸਲਮਾਨ ਤੇ ਜਾਂ ਕੋਈ ਜਾਣ ਪਛਾਣ, ਉਹਨੂੰ ਨਹੀਂ ਤੇ ਮਾਰਦੇ, ਉਹਨੂੰ ਛੱਡ ਦਿੰਦੇ ਤੇ ਇਕੱਲੇ। ਇੰਨਾ ਉਹਨਾਂ ਦਾ ਇੱਕ ਮਰਿਆਦਾ ਸੀ। ਦੇਖੋ ਐਡਾ ਜ਼ੁਲਮ ਵੀ ਕਰ ਰਹੇ ਤੇ ਮਰਿਆਦਾ ਫਿਰ ਵੀ ਸੀ। ਬਿਲਕੁਲ। ਕਹਿੰਦਾ ਭਸੌੜ ਪਿੰਡਾ ਤੇਰਾ? ਕਹਿੰਦਾ ਫਿਰ ਤੂੰ ਇੱਥੇ ਕਿਵੇਂ? ਕਹਿੰਦੀ ਮੈਂ ਉਮਰੂ ਦੀ ਬਹੂ ਆ। ਉਹਨੂੰ ਨਿਕਨੇ ਮੇਰੇ ਫਾਦਰ ਨੂੰ ਉਮਰਦੀਪ ਸੀ, ਉਮਰੂ ਲਾੜ ਪਿਆਰ ਚ ਬੋਲ। ਬਿਲਕੁਲ ਜੀ। ਕਹਿੰਦਾ ਉਮਰੂ ਦੀ ਬਹੂ ਆ ਤੂੰ ਇੱਥੇ ਕਿਵੇਂ? ਉਹ ਸਮਝ ਗਿਆ। ਕਹਿੰਦੀ ਮੈਂ ਸੀਟਾਂ ਵਾਲੇ ਤੋਂ ਆਈ ਆ। ਉਹ ਜਿਹੜਾ ਪ੍ਰੇਮ ਸਿੰਘ ਦੀ ਅੱਜ ਵੀ ਉਹਦੇ ਧੰਨਵਾਦੀ ਆ, ਉਹ ਮੇਰੇ ਬਾਪ ਨਾਲ ਉਹਦਾ ਸਹਿਚਾਰ ਸੀ, ਸਾਡੇ ਘਰੇ ਆਉਣਾ ਜਾਣਾ ਸੀ। ਵੈਸੇ ਤਾਂ ਪਿੰਡ ਭਸੌੜ ਬਹੁਤ ਵੱਡਾ ਸੀ। ਮੇਰੀ ਮਾਂ ਨੂੰ ਵਿਆਹੇ ਨੂੰ 2-2.5 ਸਾਲ ਹੋਏ ਤੇ ਬਾਹਰ ਅੰਦਰ ਜਾਣਾ ਨਹੀਂ ਸੀ, ਮਗਰ ਉਹ ਚੰਗੇ ਰਹੀਸ ਘਰ ਦੀ ਸੀ, ਆਦਤ ਨਹੀਂ ਸੀ। ਇੱਥੇ ਮੇਰਾ ਦਾਦਾ ਵੀ ਚੰਗੇ ਕੰਮ ਵਾਲਾ ਸੀ, ਲੋੜ ਹੀ ਨਹੀਂ ਸੀ ਔਰਤਾਂ ਦੀ ਬਾਹਰ ਜਾਣ ਦੀ। ਬਿਲਕੁਲ ਜੀ। ਤਾਂ ਜਿਹੜੇ ਮੇਰੇ ਬਾਪ ਦੇ ਯਾਰ ਤੇ ਹੁੰਦੀ ਤੇ ਪਿੰਡ 'ਚ, ਉਹਨਾਂ ਸਮੇਂ 'ਚ ਇਹ ਨਹੀਂ ਸੀ ਹੁੰਦਾ। ਅਸੀਂ ਵੀ ਦੇਖਿਆ ਵੀ ਇਹ ਜੱਟ ਹੈ, ਸਿੱਖ ਹੈ, ਇਹ ਵਿਚਾਰਾ ਹਰੀਜਨ ਹੈ, ਇਹ ਦੋਸਤੀ ਹੈ ਤਾਂ ਦੋਸਤੀ ਹੈ, ਔਰ ਦੋਸਤੀ ਵੀ ਦਿਲੋਂ ਹੁੰਦੀ ਸੀ। ਇਹ ਤਾਂ ਹੁਣ ਖਤਮ ਹੋਈ ਹੈ। ਤੇ ਉਹਨੇ ਪਹਿਚਾਣਿਆ ਹੋਇਆ ਸੀ, ਮੇਰੇ ਬਾਪ ਨਾਲ ਆਉਂਦਾ ਜਾਂਦਾ ਸੀ। ਮੇਰਾ ਬਾਪ ਥੋੜਾ ਖੇਡਾਂ ਦਾ ਸ਼ੌਕੀਨ ਸੀ। ਬਿਲਕੁਲ। ਤੇ ਕਹਿੰਦਾ ਤੂੰ ਕਿਵੇਂ? ਕਹਿੰਦੀ ਮੈਂ ਤਾਂ ਆਇਆ। ਉਹਨੇ ਰੋਕਤੇ ਸਾਰੇ ਪ੍ਰੇਮ ਸਿੰਘ ਤੇ ਕਹਿੰਦਾ ਵੀ ਨਹੀਂ, ਇਹ ਤਾਂ ਸਾਡੇ ਜਾਣ ਪਛਾਣ, ਇਹ ਤਾਂ ਸਾਡੇ ਪਿੰਡੋਂ, ਸਾਡੇ ਪਿੰਡ ਦੀ ਬਹੂ ਹੈ। ਤਾਂ ਜੱਥੇ ਨੂੰ ਪਰਾਂ ਕਰਤਾ, ਇਕੱਲਾ ਖੜ ਗਿਆ। ਆਪਦੀ ਧੋਤੀ ਪਾੜ ਲਈ ਜੀ ਉਹਨੇ, ਤੇ ਪ੍ਰੇਮ ਨੇ ਅੱਧੀ ਪਾੜ ਕੇ ਮੇਰੀ ਨਾਨੀ ਦਾ ਤਨ ਢੱਕਦਾ, ਅੱਧੀ ਪਾੜ ਕੇ ਮੇਰੀ ਮਾਂ ਦਾ। ਧੋਤੀ ਚਾਦਰੇ ਪਾਉਂਦੇ ਤੇ ਉਦੋਂ ਲੋਕ, ਜੱਟ ਜਣ ਦੀ ਖੁੱਲਾ ਪਾਉਂਦੇ ਤੇ। ਬਿਲਕੁਲ। ਸੋਚੀ ਪੈ ਗਿਆ ਉਹ, ਬਈ ਇਹ ਤਾਂ ਸਾਡੇ ਉਮਰੂ ਦੀ ਮੇਰੇ ਦੋਸਤ ਦੇ ਘਰੋਂ ਹੈ, ਇਹਨੂੰ ਮੈਂ ਮਾਰਨਾ ਦਾ ਕੀ ਹੈ, ਇਹਨੂੰ ਬਚਾ ਕੇ ਕਿਵੇਂ ਰਹਿਣਾ। ਉਹ ਕਹਿਣ ਲੱਗਿਆ ਮੇਰੀ ਨਾਨੀ ਨੂੰ, ਮਾਸੀ ਇਹਨੂੰ ਤਾਂ ਮੈਂ ਲੈ ਜਾਊਂ, ਇਹਨੂੰ ਤਾਂ ਮੈਂ ਇਹ ਕਹਿ ਕੇ ਲੈ ਜਾਊਂਗਾ ਵੀ ਇਹ ਮੇਰੇ ਘਰ ਵਾਲੀ ਆ, ਮੈਂ ਰੱਖਣੀ ਆ, ਮੈਂ ਬਹੂ ਬਣਾ ਲਈ। ਤੇਰਾ ਮੈਂ ਕੀ ਕਰਾਂ? ਦੋਨਾਂ ਨੂੰ ਲਿਜਾਵਾਂਗਾ, ਤੁਸੀਂ ਤਾਂ ਮਰੋਗੇ ਨਾਲ, ਮੈਨੂੰ ਵੀ ਖਬਰ ਆ ਰਾਹ 'ਚ ਕੀ ਕਰਨਗੇ। ਬਿਲਕੁਲ। ਉਹ ਕਹਿੰਦੀ ਭਾਈ ਤੂੰ ਮੇਰੀ ਧੀ ਨੂੰ ਲੈ ਜਾ, ਮੇਰੇ ਨਾਲ ਜਿਹੜੀ ਬਣੂ ਦੇਖੀ ਜਾਓ। ਤੇ
ਦੇਖ ਲਿਆ, ਕਹਿੰਦਾ ਮਾਸੀ ਇਹਨੂੰ ਤਾਂ ਲੈ ਜੂ ਮੈਂ, ਹੁਣ ਤੇਰਾ ਕੀ ਕਰਾਂ ਮੈਂ। ਕਹਿੰਦੀ ਮੇਰਾ ਹੁਣ ਤੂੰ ਛੱਡ ਦੇ ਰੱਬ ਤੇ, ਤੂੰ ਮੇਰੀ ਧੀ ਨੂੰ ਬਚਾ ਦੇ, ਇਹਦੇ ਕੋਲੇ ਬੱਚਾ ਵੀ ਹੈ। ਚੰਗਾ ਲੈ ਜੇ ਨਾ ਮਾਸੀ ਮੈਂ, ਤੂੰ ਹੁਣ ਤੇਰਾ ਰੱਬ ਮਾਲਕ ਹੈ। ਮੇਰੀ ਮਾਂ ਦੱਸਦੀ ਹੈ ਉਹ ਪਲ ਜਦੋਂ ਤੱਕ ਢੱਕੀ 'ਚ ਮਤਲਬ ਢੱਕਾਂ 'ਚ ਸੁੱਪੇ ਨਹੀਂ, ਮਾਂ ਧੀ ਨੂੰ ਦੇਖਦੀ ਹੈ, ਧੀ ਮਾਂ ਨੂੰ ਦੇਖਦੀ ਹੈ। ਹੁਣ ਮੇਰੀ ਮਾਂ ਨੂੰ ਤਾਂ ਉਹ ਜਿਹੜੀ ਝਲਕ ਤੀ ਆਪਦੀ ਮਾਂ ਦੀ, ਨਾਨੀ ਦੀ, ਆਖਰੀ ਸੀ। ਨਾਨੀ ਨੂੰ ਛੱਡਿਆ ਹੀ ਉੱਥੇ, ਛੱਡ ਕੇ ਉਹਨੂੰ ਲੈ ਕੇ ਚੱਲ ਪਿਆ ਮੇਰੀ ਮਾਂ ਨੂੰ ਪ੍ਰੇਮ ਸਿੰਘ। ਉਹ ਰਸਤੇ 'ਚ ਬਥੇਰੇ ਪੁੱਛ, ਉਹ ਮੈਂ ਰੱਖੂੰਗਾ ਇਹਨੂੰ, ਉਹ ਨਹੀਂ ਨਹੀਂ ਤੂੰ ਤਾਂ ਸ਼ਿਕਾਰ ਨੂੰ ਐਂ ਕਰਨ ਚੱਲਿਆ, ਨਹੀਂ ਮੈਂ ਰੱਖੂੰਗਾ ਜੀ, ਮੈਂ ਤਾਂ ਵਿਆਹ ਕਰਾ ਲਿਆ। ਕਿਵੇਂ ਨਾ ਕਿਵੇਂ ਜੀ ਰਾਂਝਣਾ ਤੋਂ ਨਹਿਰ ਟਪਾ ਲਈ, ਬਰਸਾ ਕੋਲੇ ਭੁੱਖਣ ਪਾਣੀ, ਸ਼ਾਮਾਂ ਪੈ ਗਈਆਂ, ਹਨੇਰਾ ਹੋ ਗਿਆ। ਨਾਨੀ ਤਾਂ ਉੱਥੇ ਛੱਡਿਆ ਏ। ਜਿਹੜੀ ਉਹਦਾ ਬਾਅਦ ਦੇ ਵਿੱਚ ਰਿਪੋਰਟਾਂ ਆਈਆਂ, ਨਾਨੀ ਵੀ ਖਤਮ ਕਰਤੀ, ਨਾਨੇ ਹੋਣੀ, ਮਾਮੇ, ਜਿੰਨਾ 40 ਜੀਆਂ ਦਾ ਪਰਿਵਾਰ ਸੀ ਉੱਥੇ ਹੀ ਖਤਮ ਹੋ ਗਿਆ। ਕਿਉਂ ਨਾ ਤਾਂ ਉਹਨਾਂ ਚੋਂ ਕੋਈ ਮਲੇਰਕੋਟਲੇ ਕੈਂਪ 'ਚ ਆਇਆ, ਦੇਖਿਆ, ਭਾਲਿਆ, ਨਾ ਪਾਕਿਸਤਾਨ 'ਚ ਅੱਜ ਤੱਕ ਨਹੀਂ ਮਿਲੇ, ਉਹ ਤਾਂ ਉੱਥੇ ਹੀ ਖਤਮ ਕਰ ਦਿੱਤਾ। ਫਿਰ ਕੁਝ ਲੋਕ ਦੱਸਦੇ ਵੀ ਤੇ ਆ ਕੇ ਜਿਹੜੇ ਵਿੱਚੋਂ ਦੀ ਚੋਰੀਆਂ ਆ ਗਏ ਸੀ, ਨਾਨਾ ਉੱਥੇ ਮਾਰਿਆ ਪਿਆ ਸੀ, ਮਾਮਾ ਚਾਚਾ ਉੱਥੇ ਮਾਰਿਆ ਪਿਆ ਸੀ, ਦੇਖਿਆ ਹੋਣਾ ਸੁਸਾਈਡ। ਬਿਲਕੁਲ ਜੀ, ਕੁਝ ਯਕੀਨ ਆਉਂਦਾ ਤੀ, ਕਈਆਂ ਦਾ ਨਹੀਂ। ਸਹੀ ਗੱਲ ਹੈ ਮਾਂ ਤਾਂ ਜੀ। ਤੜਫਦੀ ਰਹੀ। ਦੇਖ ਲਓ ਜੀ ਕਿਸਮਤ ਕਿਵੇਂ ਕਿੱਧਰੋਂ ਘੁਮਾ ਕੇ ਲੈ ਕੇ ਗਈ। ਤੇ ਜਨਹੀ ਭਲਵਾਨ ਤਾਂ ਬਿਲਕੁਲ ਨੇੜੇ ਸੀ ਮਲੇਰਕੋਟਲੇ ਦੇ, ਸਿੱਧਾ ਮਲੇਰਕੋਟਲੇ ਉਹਦੀ ਆ ਕੇ ਭਲੇ ਹੁੰਦੇ। ਮਾਨਸਾਂ ਦਾ ਪਿੰਡ, ਉੱਥੇ ਇੱਕ ਵੀ ਜੀ ਦਾ ਨੁਕਸਾਨ ਨਹੀਂ ਹੋਇਆ। ਬਸ ਵਹਿਮ ਦਿਮਾਗ 'ਚ ਆ ਗਿਆ। ਉਹ ਮੇਰੇ ਬੇਬੇ ਦੇ ਚਾਚੇ ਦਾ ਮੁੰਡਾ ਸੀ, ਉਹ ਜ਼ਿਆਦਾ ਕਈ ਵਾਰ ਬੰਦੇ ਨੂੰ ਗਲਤ ਅੰਦਾਜ਼ ਹੋ ਜਾਂਦੇ ਨੇ। ਭਲਵਾਨ ਤਾਂ ਬੜਾ ਸੇਖੋਆਂ ਦਾ ਪਿੰਡ, ਭਲੇ ਮਾਨ ਸਾਡੇ ਗੁਆਂਢੀ ਤੇ। ਚਲੋ ਜੀ ਲੈ ਕੇ ਨਿਕਲੇ, ਨਹਿਰ ਟਪਾ ਲਈ, ਸ਼ਾਮਾਂ ਪੈ ਗਈਆਂ। ਹੁਣ ਪ੍ਰੇਮ ਸਿੰਘ ਨੂੰ ਵੀ ਡਰ ਸੀ। ਸਾਡਾ ਜਿਹੜਾ ਪਿੰਡ ਭਸੌੜ ਹੈ, ਤੁਹਾਨੂੰ ਮੈਂ ਦੱਸਦਾ ਹਾਂ, ਕੁਦਰਤ ਵੈਸੇ ਇਨਸਾਫ ਦੇ ਦਿੰਦੀ ਹੈ। ਜਿਨ੍ਹਾਂ ਨੇ ਤਾਂ ਮਾੜਾ ਕਰਿਆ ਖਤਮ ਹੋ ਗਏ, ਉਹਨਾਂ ਦੀ ਬਰਬਾਦੀ ਅੱਖਾਂ ਨਾਲ ਦੇਖੀ, ਤੇ ਜਿਨ੍ਹਾਂ ਨੇ ਭਲਮਾਨਸੀ ਕੀਤੀ, ਬਚਾ ਕੀਤੀ, ਉਹਨਾਂ ਦੀ ਆਬਾਦੀ ਵੀ ਫਿਰ ਦੇਖੀ ਅਸੀਂ। ਬਿਲਕੁਲ। ਲੈ ਕੇ ਹੁਣ ਇਹਨੂੰ ਕਿੱਥੇ ਲੈ ਕੇ ਜਾਵਾਂ ਮੈਂ? ਕਿਉਂਕਿ ਬੇਬੇ ਨੇ ਮੈਨੂੰ ਇੱਕ ਵਾਰ ਨਹੀਂ ਹਜ਼ਾਰਾਂ ਵਾਰ ਦੱਸਿਆ, 15-20 ਸਾਲ ਦੱਸਦੀ ਰਹੀ, ਜਦੋਂ ਤੱਕ ਮੈਂ ਨੌਕਰੀ ਤੇ ਨਹੀਂ ਗਿਆ। ਵੈਸੇ ਹੀ ਸਾਡੀ ਕਿਤਾਬ ਬਣਦੀ। ਬਿਲਕੁਲ ਜੀ। ਕਿਵੇਂ ਨਾ ਕਿਵੇਂ ਜੀ ਹਨੇਰਾ ਹੋ ਗਿਆ। ਆ ਭਸੌੜ ਦੇ ਟਿੱਬੇ ਨੇ ਜਿੱਥੇ KRVL ਲੱਗੀ ਹੋਈ ਆ। ਹਾਂਜੀ ਹਾਂਜੀ, ਅੱਛਾ ਜੀ। ਇਹ ਬੜੇ ਉੱਚੇ ਟਿੱਬੇ, ਬਹੁਤ ਜ਼ਿਆਦਾ। ਮੈਂ ਤੇ ਵਿਚਰਿਆ ਹੋਇਆ ਉਹਨਾਂ ਟਿੱਬਿਆਂ 'ਚ। ਕਹਿੰਦੀ ਉੱਥੇ ਲੈ ਆ ਮੈਨੂੰ। ਕਹਿੰਦੀ ਮੇਰੇ ਮਨ 'ਚ ਬੜੇ ਸ਼ੱਕ ਆਉਣ ਵੀ ਇਹ ਖਬਰ ਮੇਰੇ ਨਾਲ ਕੀ ਕਰੂ। ਬਿਲਕੁਲ ਜੀ, ਡਰ ਸੀਗਾ। ਪਰ ਧੰਨ ਹੈ ਉਹ, ਉਹਨੇ ਜਿਹੜਾ ਧਰਮ ਨਿਭਾਇਆ, ਅੱਜ ਨਹੀਂ ਮਿਲਦਾ ਉਹ। ਨਾ ਜੀ ਨਾ, ਬਿਲਕੁਲ ਨਹੀਂ ਮਿਲਦਾ। ਲੈ ਜੀ ਉੱਥੇ ਟਿੱਬੇ ਤੇ ਸੜਕ ਤੋਂ ਦੂਰ ਜੇ ਕਰਕੇ ਮੇਰੀ ਮਾਂ ਨੂੰ ਤੇ ਮੇਰੇ ਭਾਈ ਨੂੰ ਬਿਠਾਤਾ। ਇੱਕ ਧੋਤੀ ਪਾਈ ਹੋਈ ਸੀ ਬਿਲਕੁਲ ਜਿਹੜੀ ਜੀ, ਆਪ ਹੀ ਪਾੜ ਕੇ ਦਿੱਤੀ ਸੀ। ਬਿਲਕੁਲ। ਕਹਿੰਦਾ ਆਇਆ ਗੱਲ, ਨਾਲੇ ਤਾਂ ਮੈਂ ਲੈ ਕੇ ਆਉਣਾ ਰੋਟੀ ਘਰੋਂ, ਨਾਲੇ ਤੇਰਾ ਮਾੜਾ ਮੋਟਾ ਕੋਈ ਕੱਪੜਾ ਲਿਆਉਂ ਚੱਲ। ਕਹਿੰਦੀ ਠੀਕ ਹੈ। ਦੇਖ ਲਾ ਅੱਜ ਉੱਥੇ ਵੀ, ਅੱਜ ਵੀ ਡਰ ਲੱਗਦਾ ਉੱਥੇ ਗਿੱਦੜਾਂ ਬਘਿਆੜਾਂ 'ਚ। ਤੇ ਉਹਨੂੰ ਛੱਡ ਗਿਆ। ਹੁਣ ਜੇ ਪਤਾ ਲੱਗਦਾ ਸੀ ਸਾਡਾ ਪਿੰਡ ਜਿਹੜਾ ਉਰਲੇ ਪਾਸੇ ਤੀ ਭਸੌੜ ਸੜਕ ਕੰਨੀ, ਉਹ ਤੇ ਉਹਨਾਂ ਦੇ ਨਾਂ ਲੈਣਾ ਠੀਕ ਨਹੀਂ, ਪਰ ਉਹਨਾਂ ਦੀਆਂ ਬਰਬਾਦੀਆਂ ਸਭ ਜਾਣਦੇ ਨੇ। ਬਿਲਕੁਲ ਜੀ। ਉਹ ਤਾਂ ਮਾਰਨ ਲੁੱਟਣ ਪੂਰੇ। ਜਿਹੜਾ ਸਾਡਾ ਪਾਸਾ ਦੀ ਭਨਵੌਰੀ ਸਾਈਡ ਦਾ ਸਿੱਖਾਂ ਪੱਤੀ, ਉਹ ਵਿਚਾਰੇ ਬਚਾਓ 'ਚ ਤੇ ਉਹਨਾਂ ਦੇ ਆਵਾਜ਼ ਹੋਏ ਨੇ ਅੱਜ ਵੀ ਜੇ ਪਿੰਡ 'ਚ ਪਤਾ ਲੱਗ ਗਿਆ ਤਾਂ ਲੋਕ ਤਾਂ ਮੈਨੂੰ ਮਾਰ ਦੇਣਗੇ, ਮੈਂ ਤਾਂ ਜਾਣਾ ਵੀ ਇੱਧਰ ਦੀ ਹੈ। ਉਹ ਕਿਵੇਂ ਨਾ ਕਿਵੇਂ ਜਾ ਵੜਿਆ ਘਰੇ। ਰੋਟੀਆਂ ਹੁਣ
ਹੁਣ ਇਹਦਾ ਸਬਜ਼ੀ ਨਾਲ ਲੈਂਦਾ ਕੋਈ ਤਾਂ ਪਤਾ ਲੱਗਦਾ। ਨੇਫੇ 'ਚ ਉਹਨੇ 5-4 ਰੋਟੀਆਂ ਲਵੇਟ ਲਈਆਂ ਪਤਾ ਕਾਹਦੇ ਨਾਲ, ਤੇ ਕੱਪੜੇ ਵੀ ਨੇਫੇ ਨਾਲ ਹੀ, ਸਲਵਾਰ ਕਮੀਜ਼ ਜੋ ਵੀ ਸੀ ਵਿਚਾਰੇ ਬਿਲਕੁਲ ਜੀ। ਲਵੇਟ ਕੇ ਆ ਗਿਆ। ਰੁੱਖੀਆਂ ਰੋਟੀਆਂ ਖਾਧੀਆਂ, ਕੀ ਖਾਣੀਆਂ ਤੀਆਂ। ਮੇਰੇ ਜਿਹੜਾ ਵੱਡਾ ਭਰਾ ਉਹ ਦਿਮਾਗੀ ਡਿਫੈਕਟਡ ਹੋ ਗਿਆ ਉਹਨਾਂ ਦਿਨਾਂ 'ਚ, ਅੱਜ ਵੀ ਹੈ। ਇਹ ਦੇਖੋ, ਇਹ ਹਾਦਸੇ ਚੱਲ ਰਹੇ। ਇਹ ਕੰਮ ਆ ਜੀ। ਮੈਂਟਲੀ ਡਿਪਰੈਸ, ਬਿਲਕੁਲ। ਮੈਂਟਲੀ ਭੁੱਖਾ ਪਿਆਸਾ, ਗਲ ਘੁੱਟ ਦਿਆ ਕਰੇ ਮੇਰੀ ਮਾਂ, ਕੀ ਮਰਜ਼ੀ। ਨਹੀਂ ਮੂੰਹ ਬੰਦ ਕਰ ਦਿਆ ਕਰੇ ਵੀ ਰੋਵੇ ਨਾ, ਆਵਾਜ਼ ਨਾ ਆਵੇ, ਕਿਸੇ ਨੂੰ ਸੁਣ ਨਾ ਲਵੇ। ਤੇ ਡਿਪਰੈਸ਼ਨ। ਚਲੋ ਜੀ, ਜਿਹੜੀ ਖਾਣੀ ਦੀ ਖਾ ਲਈ। ਮੇਰੀ ਮਾਂ ਨੂੰ ਤਾਂ ਇੱਥੇ ਪਤਾ, ਉਹ ਦੱਸਦੀ ਸੀ, ਆਪ ਉਹ ਜਾ ਕੇ ਪੈ ਗਿਆ ਪਿਆ ਹੋਇਆ, ਪੌ ਫਟੀ। ਕਹਿੰਦਾ ਚਲੋ ਹੁਣ ਭਸੌੜ ਪਿੰਡ ਤੋਂ ਬਚਾ ਕੇ ਲੈ ਕੇ ਜਾਣਾ ਸੀ, ਆਪ ਹੀ ਬਚਣਾ ਸੀ ਉਹਨੇ। ਉਹ ਕੁਛ ਮੇਰੀ ਮਾਂ ਨੂੰ ਨਾ ਪਹਿਚਾਣਦੇ, ਵੈਸੇ ਇੰਨਾ ਪਹਿਚਾਣਦੇ ਨਹੀਂ ਤੇ ਬੜਾ ਪਿੰਡ ਸੀ। ਬਿਲਕੁਲ ਜੀ। ਉਹ ਜੀ ਆ ਜਿੱਥੇ ਹੁਣ ਆ ਨਾਲਾ ਜਿਹਾ ਵੜਿਆ, ਡਰੇਨ ਇੱਥੋਂ ਦੀ ਆਏ ਲੈ ਕੇ ਚੋਰੀਆਂ ਸਦੀਆਂ ਮੇਨ ਸੜਕ ਤੇ ਆਇਆ। ਮੇਨ ਸੜਕ ਕਿੱਥੇ ਆਇਆ? ਜਿੱਥੇ ਮਲੇਰਕੋਟਲਾ ਤੇ ਪਟਿਆਲਾ ਰਿਆਸਤ ਦੀ ਹੱਦ ਸੀ। ਸੰਗਾਲਾ ਸੰਗਾਲੀ ਤੋਂ ਪਰਾਂ ਜਿਹੜੀ ਚੌਂਕੀ ਸੀ ਨਵਾਬ ਮਲੇਰਕੋਟਲੇ ਦੀ, ਅੱਜ ਉਹਨੂੰ ਹੋਰ ਹੀ ਕੁਛ ਡਰਾਮੇ ਕਰ ਰਹੇ ਨੇ ਮਾਜਨਾ ਦੇ। ਬਿਲਕੁਲ। ਮਲੇਰਕੋਟਲੇ ਦੇ ਮੁਸਲਮਾਨਾਂ ਨੂੰ ਪਤਾ ਨਹੀਂ ਕੁਛ ਬਾਤ। ਬਿਲਕੁਲ ਜੀ। ਉੱਥੇ ਕੋਈ ਮਸਜਿਦ ਨਹੀਂ ਸੀ, ਉਹ ਹੱਦ ਸੀ। ਠੀਕ ਹੈ। ਸਾਨੂੰ ਪਤਾ ਉਹ ਚੌਂਕੀ ਦਾ ਮਤਲਬ ਕੀ ਸੀ, ਇਹ ਤਾਂ ਸਾਰੇ ਪੈਸੇ ਇਕੱਠੇ ਕਰਨ ਨੂੰ। ਬਿਲਕੁਲ ਜੀ। ਲਓ ਜੀ, ਉਹ ਚੌਂਕੀ ਤੋਂ ਹੱਦ ਤੋਂ ਲਕੀਰ ਤੋਂ 100 ਮੀਟਰ 200 ਮੀਟਰ ਪਿੱਛੇ ਪ੍ਰੇਮ ਸਿੰਘ ਕਹਿੰਦਾ ਭਾਈ ਮੈਂ ਨਹੀਂ ਅੱਗੇ ਜਾਊਂ, ਹੁਣ ਮੈਨੂੰ ਖਤਰਾ। ਤੇ ਥੋੜੀ ਜਿਹੀ ਵਕਫੇ ਦਾ ਸੀਨ ਦੇਖੋ ਤੁਸੀਂ, ਚੌਂਕੀ ਤੋਂ 200-300 ਮੀਟਰ ਦੂਰ। ਕਹਿੰਦਾ ਹੁਣ ਮੈਂ ਨਹੀਂ ਜਾਊਂਗਾ, ਮੈਂ ਹਰਮਨੀ ਉਹ ਦਿਨ ਚੜ ਗਿਆ, ਸਾਡੇ ਪਿੰਡ ਦੇ ਖੇਤ ਨੇ ਮੈਨੂੰ ਪਹਿਚਾਣਨਗੇ ਵੀ ਸ਼ਿਕਾਰ ਮੁਸਲਿਆਂ ਨੂੰ ਬਚਾਉਂਦਾ ਫਿਰਦਾ ਹੈ, ਤਾਂ ਤੂੰ ਜਾਓ ਦੇਖਦਾ। ਉਹ ਛੱਡ ਕੇ ਪ੍ਰੇਮ ਸਿੰਘ ਪਰਾਂ ਹੋ ਗਿਆ, ਪਿੱਛੇ ਹੋ ਗਿਆ। ਚੱਲ ਵੀ ਮੇਰੀ ਮਾਂ ਕੱਢੀ ਗੋਦੀ ਚਾਰ ਕੇ ਮੇਰੇ ਭਾਈ। ਚੌਂਕੀ ਤੋਂ ਸਿਰਫ 150 ਮੀਟਰ ਦੂਰ ਉਹ ਦੱਸਦੀ ਹੁੰਦੀ ਸੀ, ਫਿਰ ਉਹ ਨਿਸ਼ਾਨੀਆਂ ਮੈਨੂੰ ਯਾਦ ਨੇ। ਇੱਕ ਆ ਗਿਆ ਜੀ ਮਜ਼ਬੀ ਸਿੰਘ ਮਹਿੰਦਰ, ਬਰਸਾ ਲਈ ਖੜਾ, ਕਿੱਥੋਂ ਕਿੱਥੇ ਪਹੁੰਚ ਗਏ, ਬਚ ਗਏ ਤੇ ਇੱਥੇ ਖਾਤਮਾ ਕਰ ਦੇਣਾ। ਉਹ ਚੌਂਕੀ ਦੀ ਨਹੀਂ ਸੀ ਉਹ ਚੌਂਕੀ। ਬਿਲਕੁਲ ਜੀ, ਬਿਲਕੁਲ। ਮੇਰੀ ਮਾਂ ਨੇ ਦੱਸਦੀ ਸੀ, ਬਹਾਨਾ ਘੜ ਲਿਆ। ਕਿੱਧਰੋਂ ਆਇਆ ਬਈ? ਸ਼ਿਕਾਰਾ। ਕਹਿੰਦੀ ਭਸੌੜ ਪਿੰਡ ਆ ਮੇਰਾ, ਸੰਗਾਲੇ ਥੌਲਾ ਕਰਾਉਣ ਚੱਲੀਆਂ ਜਵਾਕ ਦਾ। ਸਾਲਾ ਕਿਹਦਾ ਵੀ ਸ਼ਿਕਾਰ? ਹਾਂਜੀ, ਸਾਲਾ ਕਿਹਦਾ ਵੀ ਸ਼ਿਕਾਰ ਕਹਿਣ ਵਾਲਾ? ਹਾਂ, ਉਹ ਤਾਂ ਉਦੋਂ ਤਾਂ ਬਹੁਤ ਕੁਛ। ਬਿਲਕੁਲ ਜੀ। ਸਮੇਂ ਦੀ ਗੱਲ। ਤੇ ਉਹ ਕਹਿੰਦੇ, ਮੇਰੀ ਮਾਂ ਨੇ ਥੋੜਾ ਜਿਹਾ ਜੀ ਕਿਹੜਾ ਕਰਕੇ ਕਿਹਾ ਉਹਨੂੰ ਅਸਰ ਜਿਹਾ ਉਹ ਤਾਂ ਲੁੱਟਣ ਵਾਲਾ ਸੀ, ਉਹਨੇ ਦੇਖ ਲਿਆ ਕਿ ਇਹਦੇ ਪੱਲੇ ਦਾ ਕੁਛ ਨਹੀਂ ਹੈ। ਸਹੀ ਗੱਲ ਹੈ। ਉਹ ਲੁਟੇਰਾ ਦੀ ਕਾਤਲ ਲਈ ਕਹਿੰਦਾ ਵਗ ਜਾ ਕਾਫਲੇ ਚੋਂ ਵਿਛੜ ਕੇ ਆਈਆਂ ਤੂੰ। ਮਤਲਬ ਜਿਹੜਾ ਮੁਸਲਮਾਨਾਂ ਦਾ ਇਕੱਠ ਚੱਲਦਾ ਸੀ ਉਹਨੂੰ ਕਾਫਲਾ ਬੋਲਦੇ ਸੀ। ਬਿਲਕੁਲ ਜੀ। ਜਿਹੜਾ ਸਿੱਖਾਂ ਦਾ ਚੱਲਦੇ ਤੇ ਉਹਨੂੰ ਜਥੇ ਬੋਲਦੇ ਤੇ। ਬਿਲਕੁਲ। ਕਾਫਲੇ ਚੋਂ ਆਈਆਂ ਨਿਕਲ ਕੇ ਚਲੀ ਗਈ, ਚੌਂਕੀ ਦੇ ਕੋਲੇ ਚ ਚਲੀ ਗਈ। ਮੂਸਾ ਭੱਜਿਆ, ਮੌਤ ਤੋਂ ਅੱਗੇ ਮੌਤ ਖੜੀ। ਇੱਕ ਫੇਰ ਬਰਸੇ ਵਾਲਾ ਖੜਾ ਚੌਂਕੀ ਕੋਲੇ ਹੈ। ਚੌਂਕੀ ਦੇ ਜਮਾਂ ਹੀ ਹੱਦ ਦੇ ਉੱਪਰ। ਉਹ ਕੌਣ ਸੀ ਦੇਖੋ? ਉਹ ਘੋਨਾ ਮੋਨਾ। ਅੱਛਾ ਜੀ। ਮਾਂ ਨੇ ਦੇਖਿਆ ਬਈ ਪਹਿਲਾਂ ਤਾਂ ਨੀਲੇ ਮਤਲਬ ਪਗੜੀਆਂ ਵਾਲੇ ਬਾਣੇ ਵਿੱਚ ਸੀਗਾ। ਆ ਬਿਲਕੁਲ। ਘੋਨਾ ਮੋਨਾ ਬਰਸਾ ਲਈ ਕਿਵੇਂ ਖੜਾ?
ਲਵੇ ਨੂੰ ਹੋਈ, ਪੁੱਛਿਆ ਕੌਣ ਆ ਤੂੰ? ਉਹ ਕਹਿੰਦੀ ਮੈਂ ਤਾਂ ਫਲਾਨੀ ਆ। ਉਹਨੇ ਮਾੜਾ ਜਿਹਾ ਕਿਹਾ, ਡਰਨਾ ਹੈ ਨਹੀਂ, ਮੈਂ ਕਹਿੰਦਾ ਮੈਂ ਬਚਾਉਣ ਵਾਲਾ ਚ। ਉਹ ਤਾਂ ਅਹਿਸਾਸ ਹੋਇਆ, ਕੌਣ ਆ ਤੂੰ? ਕਹਿੰਦੀ ਮੈਂ ਫਲਾਨੀ ਆ, ਭਸੌੜੋਂ, ਫਲਾਨੇ ਦੇ ਘਰੋਂ, ਫਲਾਨੇ ਦੀ ਨੂੰਹ ਆ। ਅੱਛਾ, ਉਹ ਕੁਦਰਤੀ ਸਾਡਾ ਹੀ ਗੋਤੀ ਸੀ। ਉਹਦਾ ਨਾਮ ਸੀ ਭਾਗੂ ਖਾਂ, ਅੱਛਾ ਪਿੰਡ ਸੰਗਾਲਾ। ਕਹਿੰਦਾ ਫਿਰ ਤੂੰ ਤਾਂ ਸਾਡੀ ਭਰਜਾਈ ਆ। ਉਹ ਤਾਂ ਮੇਰਾ ਚਾਚਾ ਕਰਮਦੀਨ, ਤਾਂ ਮੇਰਾ ਦਾਦਾ ਮਤਲਬ। ਬਿਲਕੁਲ। ਆਹ ਕਹਿੰਦਾ ਇੱਧਰ ਖਤਾਨਾ ਚ। ਹਾਲਾਂਕਿ ਉਹਨੇ ਬੋਲਤਾ, ਤਸੱਲੀ ਵੀ ਦੇਤੀ, ਮਗਰ ਤਹਿ ਕਾਪੇ ਵੀ ਖਬਰ ਆ ਬੈਠ। ਸਾਵੇਂ ਉਹਨੇ ਛੋਲੇ ਰੱਖੇ ਹੋਏ, ਝੋਲਾ, ਛੋਲੇ ਖਾ ਕੇ ਨਾ ਭੁੱਖਣ ਪਾਣਿਆ। ਕਹਿੰਦਾ ਡਰਨਾ ਤੂੰ, ਮੈਂ ਤੁਹਾਡਾ ਹੀ ਹਾਂ, ਸਾਡਾ ਹੀ ਸ਼ਰੀਕੇ। ਕਿਸੇ ਜ਼ਮਾਨੇ 'ਚ ਸਾਡੇ ਸ਼ਰੀਕ ਭਸੌੜੋਂ ਆਏ ਹੋਏ ਲੋਕ ਨੇ, ਸਾਡਾ ਗੋਤੀ ਮਤਲਬ ਸ਼ਰੀਕ। ਕਾਲ ਜਲਾਨ ਗੋਤ ਹੈ ਸਾਡਾ, ਜਲਾਨ। ਤੇ ਪੁੱਛਿਆ ਉਹ ਕਿੱਥੇ ਨੇ? ਕਹਿੰਦੀ ਮੈਨੂੰ ਤਾਂ ਪਤਾ ਨਹੀਂ, ਮੈਂ ਤਾਂ ਐ ਉੱਥੇ ਗਈ ਸੀ ਭਲਵਾਨ, ਮੈਂ ਤਾਂ ਐ ਕਰਕੇ। ਕਹਿੰਦਾ ਫਿਰ ਹੁਣ ਤੂੰ ਕਹਿੰਦਾ ਜਾ, ਹੁਣ ਫਿਰ ਸੜਕ ਪੈ ਜਾ, ਹੁਣ ਤੈਨੂੰ ਕੋਈ ਖਤਰਾ ਨਹੀਂ। ਮੈਂ ਤਾਂ ਆਈ ਬਚਾਉਣੇ ਨਹੀਂ ਗਏ। ਉਹ ਬਚਾਉਣ ਵਾਲਿਆਂ ਦੀ ਕੀ ਕਰਦੀ। ਤੇ ਉਹ ਬਾਅਦ ਚ ਕਾਮਰੇਡ ਬਣਿਆ ਉਹ ਬੜਾ ਤਕੜਾ। ਤਾਂ ਮੇਰੀ ਮਾਂ ਚੱਲ ਪਈ, ਉਹ ਨੰਗੇ ਪੈਰ ਚੱਲੀ ਹੋਈ। ਉਹ ਭਸੌੜ ਦੀ ਹੱਦ ਤੋਂ ਇੱਥੇ ਜਿਹੜਾ ਥੇ ਹੈ ਜਾਰੀ, ਉਹਨਾਂ ਸਮਿਆਂ ਦੇ ਵਿੱਚ ਲੋਕ ਪੈਦਲ ਚੱਲ ਵੀ ਪੈਂਦੇ ਤੇ ਵਕਤ ਦੇ ਮਾਰਿਆਂ ਨੂੰ